ਗੁਰਵੇਲ ਸਿੰਘ ਮੋਟੀਵੇਸ਼ਨਲ ਸ਼ੋ ਵਿੱਚ ਤੁਹਾਡਾ ਨਿੱਘਾ ਸਵਾਗਤ। ਆਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ, ਇਸ ਸ਼ੋ ਦੇ ਵਿੱਚ ਅਸੀਂ ਗੱਲਾਂ ਕਰਦੇ ਹਾਂ ਸਾਡੀ ਜ਼ਿੰਦਗੀ ਨੂੰ ਸੋਹਣਾ, ਸੁਚੱਜਾ ਤੇ ਵਧੀਆ ਬਣਾਉਣ ਵਾਲੀਆਂ, ਆਪਣੇ ਵਿਚਾਰਾਂ ਨੂੰ ਕਿਵੇਂ ਵਧੀਆ ਬਣਾਉਣਾ, ਕਿਵੇਂ ਚੰਗਾ ਬਣਾਉਣਾ, ਕਿਵੇਂ ਅਸੀਂ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਤਰੱਕੀ ਤੇ ਵਿਕਾਸ ਕਰ ਸਕਦੇ ਹਾਂ। ਤੇ ਦੋਸਤੋ, ਅੱਜ ਦਾ ਸਾਡਾ ਵਿਸ਼ਾ ਹੈ ਉਹਨਾਂ ਲੋਕਾਂ ਲਈ ਜਿਹੜੇ ਇਹ ਸਮਝਦੇ ਆ ਮੈਂ ਤੇ ਕੁਝ ਨਹੀਂ ਕਰ ਸਕਦਾ, ਮੈਂ ਤੇ ਮਜਬੂਰ ਹਾਂ, ਮੈਂ ਤੇ ਗਰੀਬ ਹਾਂ। ਆਪਣੇ ਆਪ ਨੂੰ ਦੀਨਹੀਨ ਸਮਝਣਾ ਕਿੰਨਾ ਵੱਡਾ ਗੁਨਾਹ ਹੈ, ਕਿੰਨਾ ਵੱਡਾ ਪਾਪ ਹੈ। ਆਪਣੇ ਆਪ ਨੂੰ ਕਮਜ਼ੋਰ ਸਮਝਦੇ ਰਹਿਣਾ, ਔਰ ਇਸੇ ਵਿਸ਼ੇ 'ਤੇ ਅੱਜ ਦਾ ਸਾਡਾ ਇਹ ਜਿਹੜਾ ਪ੍ਰੋਗਰਾਮ ਹੈ। ਅਤੇ ਇਹਦੇ ਵਿੱਚ ਮੈਂ ਸਭ ਤੋਂ ਪਹਿਲੇ ਤਾਂ ਤੁਹਾਨੂੰ ਇਹੀ ਇੱਕ ਸਲਾਹ ਦੇਵਾਂਗਾ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਵੋ, ਨਾਲ ਲੱਗਾ ਜੋ ਬੈਲ ਆਈਕਨ ਹੈ ਉਹ ਵੀ ਦਬਾ ਦੇਵੋ, ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਬੈਲ ਹੈ ਜਿਹੜੀ ਉਹ ਦਬਾਉਣ ਦੇ ਨਾਲ ਇਹ ਹਰ ਪ੍ਰੋਗਰਾਮ ਦੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇਗੀ। ਔਰ ਜੇਕਰ ਤੁਸੀਂ ਫੇਸਬੁੱਕ 'ਤੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਵੀ ਤੁਸੀਂ ਸਾਡੇ ਇਸ ਪੇਜ ਨੂੰ ਲਾਈਕ ਕਰ ਸਕਦੇ ਹੋ, ਕਿਉਂਕਿ ਗੁਰਵੇਲ ਸਿੰਘ ਮੋਟੀਵੇਸ਼ਨਲ ਸ਼ੋ ਹੈ ਜਿਹੜਾ ਉਹ ਫੇਸਬੁੱਕ 'ਤੇ ਵੀ ਤੁਹਾਡੇ ਕੋਲ ਹੈ। ਅਤੇ ਮੈਂ ਅੱਜ ਦੀ ਗੱਲ ਕਰਨੀ ਹੈ ਜਿਹੜੀ ਉਹ ਕਰਨੀ ਹੈ ਜੋ ਅਸੀਂ ਆਪਣੇ ਆਪ ਨੂੰ ਦੀਨਹੀਨ ਸਮਝਦੇ ਹਾਂ। ਅਸਲ ਵਿੱਚ ਨਾ ਮੈਨੂੰ ਇੱਕ ਵਾਰ ਇੱਕ ਬੜੇ ਵਧੀਆ, ਬਹੁਤ ਚੰਗੇ ਫੁੱਟਬਾਲ ਦੇ ਖਿਡਾਰੀ ਮਿਲੇ, ਅਤੇ ਮੈਂ ਉਸ ਫੁੱਟਬਾਲ ਦੇ ਖਿਡਾਰੀ ਨੂੰ ਇੱਕ ਸਵਾਲ ਕੀਤਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਬਾਰੇ ਦੱਸੋ ਕਿ ਤੁਸੀਂ ਇੰਨੀ ਉਚਾਈ 'ਤੇ ਕਿਵੇਂ ਪਹੁੰਚੇ, ਕਿਸ ਤਰ੍ਹਾਂ ਤੁਸੀਂ ਇੰਨੇ ਵਧੀਆ ਫੁੱਟਬਾਲਰ ਬਣੇ। ਅਤੇ ਉਹ ਕਹਿਣ ਲੱਗਾ ਕਿ ਜਦ ਮੈਂ ਪਹਿਲੇ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਉਹ ਟੀਮ ਬਹੁਤ ਵਧੀਆ ਸੀ, ਉਹਦੇ ਵਿੱਚ ਮੈਂ ਚਲਾ ਤੇ ਗਿਆ, ਪਰੰਤੂ ਕੁਝ ਹੀ ਦਿਨਾਂ ਬਾਅਦ ਉਹਨਾਂ ਨੇ ਮੈਨੂੰ ਟੀਮ ਦੇ ਵਿੱਚੋਂ ਬਾਹਰ ਕੱਢ ਦਿੱਤਾ। ਜਦ ਮੈਂ ਕਿਹਾ ਕਿ ਭਾਈ ਮੈਨੂੰ ਕਿਉਂ ਬਾਹਰ ਕੱਢਿਆ, ਮੈਂ ਕੈਪਟਨ ਨੂੰ ਪੁੱਛਿਆ ਤਾਂ ਉਹ ਟੀਮ ਦਾ ਕਪਤਾਨ ਮੈਨੂੰ ਕਹਿਣ ਲੱਗਾ ਕਿ ਸਾਡੀ ਟੀਮ ਦੇ ਵਿੱਚ ਸੁਸਤ ਤੇ ਦੀਨਹੀਨ ਬੰਦਿਆਂ ਲਈ ਕੋਈ ਥਾਂ ਨਹੀਂ, ਇੱਥੇ ਤੇ ਉਹੀ ਬੰਦੇ ਆ ਜਿਹੜੇ ਕਾਮਯਾਬ ਹੁੰਦੇ ਆ, ਜੋ ਵਧੀਆ ਕਰਦੇ ਆ। ਤੁਸੀਂ ਕਿਤੇ ਵੀ ਜਾਓ, ਕੋਈ ਵੀ ਕੰਮ ਕਰੋ, ਪਰ ਆ ਸੁਸਤੀ ਵਾਲਾ ਅਤੇ ਇਹੋ ਜਿਹਾ ਦੀਨਹੀਨਤਾ ਵਾਲਾ ਕੰਮ ਕਦੇ ਕਿਤੇ ਨਾ ਕਰਨਾ, ਇੱਥੋਂ ਜਾਓ ਕੋਈ ਥਾਂ ਨਹੀਂ। ਕਹਿੰਦਾ ਉਸ ਟੀਮ 'ਚ ਮੈਨੂੰ ਉਸ ਟਾਈਮ 'ਤੇ 175 ਰੁਪਏ ਪਰ ਗੇਮ ਦੇ ਮਿਲਦੇ ਹੁੰਦੇ ਸੀ, ਪਰ ਮੈਚ ਦੇ। ਕਹਿੰਦਾ ਜਦ ਕਿ ਮੈਨੂੰ ਉਹ ਛੱਡ ਕੇ ਮਜਬੂਰੀ ਵੱਸ, ਗਰੀਬੀ ਦੇ ਵੱਸ ਜਿਹੜੀ ਦੂਸਰੀ ਟੀਮ ਦੇ ਵਿੱਚ ਜਾਣਾ ਪਿਆ, ਅਤੇ ਦੂਸਰੀ ਟੀਮ 'ਚ ਮੈਨੂੰ 25 ਰੁਪਏ ਮਿਲਣ ਲੱਗੇ। ਪਰ ਮੈਂ ਉਸ ਜਗ੍ਹਾ 'ਤੇ ਉਹਦੀ ਇੱਕ ਗੱਲ ਯਾਦ ਰੱਖੀ ਕਿ ਹੁਣ ਦੀਨਹੀਨਤਾ, ਸੁਸਤੀ, ਇਹ ਦੋਵੇਂ ਮੇਰੀ ਜ਼ਿੰਦਗੀ 'ਚ ਨਹੀਂ ਰਹਿਣਗੀਆਂ। ਹੋਰ ਕੁਛ ਰਵੇ ਚਾਹੇ ਨਾ ਰਵੇ, ਹੁਣ ਮੈਂ ਜਿਹੜਾ ਹੈ ਉਹ ਇੱਕ ਇਸ ਤਰੀਕੇ ਦੇ ਨਾਲ ਐਕਟਿੰਗ ਅਭਿਨੈ ਕਰਾਂਗਾ ਕਿ ਮੈਂ ਦੀਨਹੀਨ ਨਹੀਂ ਹਾਂ, ਮੈਂ ਹੁਣ ਸੁਸਤ ਨਹੀਂ ਹਾਂ। ਕਹਿੰਦਾ ਮੈਂ ਜਾ ਕੇ ਜਦੋਂ ਉਸ ਟੀਮ ਦੇ ਵਿੱਚ ਮੇਰੀ ਸਿਲੈਕਸ਼ਨ ਹੋਣੀ ਸੀ, ਆਡੀਸ਼ਨ ਸੀ, ਤਾਂ ਉਦੋਂ ਮੈਂ ਇੰਨੀ ਜ਼ਿਆਦਾ ਜ਼ਬਰਦਸਤ ਪਰਫੋਰਮੈਂਸ ਦਿੱਤੀ, ਇੰਨੇ ਵਧੀਆ ਸਮਾਰਟ ਫਾਸਟਲੀ ਤਰੀਕੇ ਨਾਲ ਖੇਡਿਆ ਕਿ ਉਸ ਟੀਮ ਦੇ ਵਿੱਚ ਮੇਰੀ ਸਿਲੈਕਸ਼ਨ ਹੋ ਗਈ। ਔਰ ਸਿਲੈਕਸ਼ਨ ਤੋਂ ਬਾਅਦ 4 ਚੁਫੇਰੇ ਇਹ ਕਹਿਣ ਲੱਗ ਗਏ ਕਿ ਵਾਹ, ਇਹ ਪਲੇਅਰ ਤਾਂ ਸਭ ਤੋਂ ਵਧੀਆ ਹੈ। ਔਰ ਉਸੇ ਹੀ ਟੀਮ ਦਾ ਇੱਕ ਸੱਜਣ ਮੈਨੂੰ ਕਹਿਣ ਲੱਗਾ ਕਿ ਭਾਈ ਤੂੰ ਇੰਨਾ ਵਧੀਆ ਪਲੇਅਰ, ਪਰ ਤੂੰ ਇਹ 25 ਰੁਪਇਆਂ ਵਾਲੀ ਗੇਮ ਦੇ ਵਿੱਚ ਖੇਡ ਰਿਹਾ, ਤੂੰ ਤਾਂ ਜਿਹੜਾ ਹੈ ਉਹ 200 ਰੁਪਏ ਪਰ ਜਿਸ ਦੇ ਵਿੱਚ ਤੈਨੂੰ ਮਿਲਦਾ ਹੈ ਉੱਥੇ ਤੂੰ ਜਾ ਸਕਦਾ ਹੈ। ਅਤੇ ਮੈਂ ਕਿਹਾ ਤੁਸੀਂ ਗੱਲ ਕਰਾਓ, ਮੈਂ ਤਿਆਰ ਹਾਂ ਉਸ ਟੀਮ ਦੇ ਵਿੱਚ ਜਾਣ ਲਈ। ਕਹਿੰਦਾ ਮੈਂ ਇਸ ਤਰ੍ਹਾਂ ਇੱਕ ਜੋ ਸਭ ਤੋਂ ਵਧੀਆ ਅਮੀਰ ਟੀਮ ਸੀ ਉਹ ਟੀਮ ਲੈ ਲਈ, ਜਿਹੜੀ ਟੀਮ ਦੇ ਵਿੱਚ ਜਾ ਕੇ ਅਤੇ ਮੈਂ ਬਹੁਤ ਵਧੀਆ ਜਿਹੜੀ ਆ ਉਹ ਪਰਫੋਰਮੈਂਸ ਦਿੱਤੀ। ਔਰ ਅੰਤ ਨੂੰ ਮੇਰੀਆਂ ਜਿਹੜੀਆਂ ਹੈਗੀ ਸੀ ਐਕਟਿਵਨੈਸ, ਹੁਣ ਸੁਸਤੀ ਨੂੰ ਥਾਂ ਨਹੀਂ ਸੀ, ਦੀਨਹੀਨਤਾ ਨੂੰ ਥਾਂ ਨਹੀਂ ਸੀ, ਉਹ ਜੋ ਮੇਰੀ ਪਰਫੋਰਮੈਂਸ ਸੀ ਉਹਦੇ ਚਰਚੇ ਅਖਬਾਰਾਂ ਦੇ ਵਿੱਚ ਹੋਣ ਲੱਗੇ। ਅਤੇ ਕਹਿੰਦਾ ਮੈਂ ਆਪਣੀਆਂ ਅਖਬਾਰਾਂ ਦੀਆਂ ਉਹ ਕਟਿੰਗਸ ਪਹਿਲੀ ਟੀਮ ਵਾਲੇ ਉਸ ਕਪਤਾਨ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਇਹ ਦੇਖ, ਹੁਣ ਮੈਂ, ਤੁਸੀਂ ਕਿਹਾ ਸੀ ਕਿਤੇ ਵੀ ਜਾਓ, ਕੁਝ ਵੀ ਕਰੋ, ਪਰ ਸੁਸਤੀ ਕਿਤੇ ਨਹੀਂ ਚੱਲੇਗੀ। ਹੁਣ ਮੇਰੇ ਵਿੱਚ ਸੁਸਤੀ ਨਾਮ ਦੀ ਕੋਈ ਚੀਜ਼ ਨਹੀਂ। ਅਤੇ ਦੋਸਤੋ, ਮੈਂ ਇਹੀ ਚੀਜ਼ ਕਹਾਂਗਾ, ਜਿਹੜੀ ਦੀਨਹੀਨਤਾ ਹੁੰਦੀ ਹੈ ਨਾ, ਇਹ ਤੁਹਾਡੇ ਵਿਕਾਸ, ਤਰੱਕੀ ਦੀ ਫਸਲ ਦੇ ਵਿੱਚ ਇੱਦਾਂ ਹੀ ਹੁੰਦੀ ਹੈ ਜਿਵੇਂ ਸਾਡੇ ਖੇਤਾਂ 'ਚ ਕਣਕ ਦੇ ਵਿੱਚ ਜਾਂ ਰਾਈਸ ਦੀ, ਝੋਨੇ ਦੀ ਫਸਲ ਦੇ ਵਿੱਚ ਅਸੀਂ ਕਹਿ ਲਈਏ ਘਾਹ ਫੂਸ ਉੱਗ ਪਵੇ। ਘਾਹ ਫੂਸ ਜਦੋਂ ਉੱਗਦਾ ਉਹ ਉਸ ਨੂੰ ਬੀਜਣਾ ਨਹੀਂ ਪੈਂਦਾ, ਉਹ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ। ਪਰ ਜੇਕਰ ਤੁਸੀਂ ਉਸ ਘਾਸ ਫੂਸ ਨੂੰ ਆਪਣੀ ਫਸਲ ਦੇ ਵਿੱਚੋਂ ਨਹੀਂ ਕੱਢੋਗੇ
ਤਾਂ ਉਹ ਤੁਹਾਡੀ ਫਸਲ ਨੂੰ ਜੋ ਖੁਰਾਕ ਮਿਲਦੀ ਆ ਉਹ ਖੁਰਾਕ ਉਹ ਖਾਏਗਾ, ਤੁਹਾਡੀ ਫਸਲ ਬਰਬਾਦ ਕਰ ਦੇਵੇਗਾ। ਤੁਸੀਂ ਕੁਛ ਨਹੀਂ ਲੈ ਸਕਦੇ। ਇਸ ਲਈ ਜਿਹੜੀ ਦੀਨਹੀਨਤਾ ਹੈ, ਜਿਹੜੀ ਸੁਸਤੀ ਹੈ, ਜੋ ਨਿਰਾਸ਼ਾ ਹੈ, ਇਹ ਵੀ ਸਾਡੀ ਸਮਝ ਲਓ ਤਰੱਕੀ ਵਿਕਾਸ ਦੀ ਫਸਲ ਦੇ ਵਿੱਚ ਉੱਗਿਆ ਹੋਇਆ ਘਾਹ ਬੂਟ ਹੈ, ਜੋ ਸਾਨੂੰ ਬਰਬਾਦ ਕਰ ਰਿਹਾ ਹੈ। ਇਹਨੂੰ ਜਿੰਨਾ ਜਲਦੀ ਖਤਮ ਕੀਤਾ ਜਾ ਸਕਦਾ ਉਨਾ ਹੀ ਜਲਦੀ ਖਤਮ ਕਰੋ। ਸਾਡੇ ਦਿਮਾਗ ਦੇ ਵਿੱਚ ਨੈਗੇਟਿਵ ਵਿਚਾਰ ਪੈਦਾ ਹੋਣੇ ਹੀ ਹੋਣੇ ਆ, ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਕੋਈ ਐਸਾ ਇਸ ਜਗ੍ਹਾ ਤੇ ਸਕਰੂ ਨਹੀਂ ਹੈ ਕਿ ਜਿਸ ਨੂੰ ਟਾਈਟ ਕਰ ਦਿੱਤਾ ਜਾਏ ਦਿਮਾਗ 'ਚ ਤੇ ਨੈਗੇਟਿਵ ਵਿਚਾਰ ਆਉਣੇ ਬੰਦ ਹੋ ਜਾਣ। ਪਰ ਹਾਂ, ਇਹਨਾਂ ਨੂੰ ਉਸੇ ਟਾਈਮ ਹੀ ਆਉਂਦਿਆਂ ਹੀ ਰੋਕਣਾ ਸਾਡਾ ਫਰਜ਼ ਬਣਦਾ, ਜਿਵੇਂ ਸਾਡੀ ਬੋਡੀ ਕਰਦੀ ਹੈ। ਸਾਡੀ ਬੋਡੀ ਦੇ ਵਿੱਚ ਬਹੁਤ ਸਾਰੇ ਬਾਹਰੋਂ ਬੈਕਟੀਰੀਆ, ਵਾਇਰਸ ਅੰਦਰ ਜਾਂਦੇ ਹੈ, ਪਰੰਤੂ ਸਾਡੀ ਬੋਡੀ ਜਦ ਵੀ ਕੋਈ ਗਲਤ ਚੀਜ਼ ਅੰਦਰ ਜਾਂਦੀ ਹੈ ਉਸੇ ਵੇਲੇ ਰਿਐਕਟ ਦੇ ਵਿੱਚ ਆ ਜਾਂਦੀ ਹੈ, ਉਸ ਨੂੰ ਰੋਕ ਦਿੰਦੀ ਹੈ, ਬਸ਼ਰਤੇ ਸਾਡਾ ਇਮਿਊਨ ਸਿਸਟਮ ਕਾਇਮ ਹੋਵੇ। ਤੇ ਮੈਂ ਕਹਿੰਦਾ ਜਿਵੇਂ ਸਾਨੂੰ ਆਪਣੀ ਬੋਡੀ ਦਾ ਇਮਿਊਨ ਸਿਸਟਮ ਕਾਇਮ ਰੱਖਣਾ ਚਾਹੀਦਾ ਹੈ ਨਾ, ਇਸੇ ਤਰ੍ਹਾਂ ਹੀ ਸਾਨੂੰ ਆਪਣੇ ਵਿਚਾਰਾਂ ਦਾ, ਆਪਣੀ ਸੋਚ ਦਾ, ਆਪਣੀ ਇੰਟੈਲੈਕਚੁਅਲ ਦਾ ਜਿਹੜਾ ਇਮਿਊਨ ਸਿਸਟਮ ਹੈ ਉਹ ਵੀ ਸਟਰੋਂਗ ਰੱਖਣਾ ਚਾਹੀਦਾ ਹੈ। ਸਾਡੇ ਅੰਦਰ ਜਿਸ ਵੇਲੇ ਵੀ ਕੋਈ ਸੁਸਤੀ ਆਵੇ, ਜਿਸ ਵੇਲੇ ਵੀ ਕੋਈ ਨੈਗੇਟਿਵ ਵਿਚਾਰ ਆਵੇ, ਉਹਨੂੰ ਰੋਕ ਦਿੱਤਾ ਜਾਏ। ਔਰ ਮੈਂ ਇੱਥੋਂ ਤੱਕ ਕਹਿ ਦੇਵਾਂ ਕਿ ਦੁਨੀਆ ਦੇ ਕੋਈ ਵੀ ਬੰਦੇ ਸਰਬ ਸੰਪੜ ਕਦੇ ਵੀ ਨਹੀਂ ਰਹੇ, ਹਰ ਇੱਕ ਦੇ ਵਿੱਚ ਕਮੀਆਂ ਰਹੀਆਂ। ਔਰ ਜੋ ਵੀ ਜ਼ਿੰਦਗੀ 'ਚ ਅੱਗੇ ਲੰਘਿਆ, ਕੁਛ ਬਣਿਆ, ਉਹ ਆਪਣੀਆਂ ਕਮੀਆਂ, ਆਪਣੀਆਂ ਪਰੇਸ਼ਾਨੀਆਂ 'ਚੋਂ ਉੱਪਰ ਉੱਠ ਕੇ ਹੀ ਬਣਿਆ। ਕਮੀਆਂ ਪਰੇਸ਼ਾਨੀਆਂ ਇੱਦਾਂ ਹੀ ਹੁੰਦੀਆਂ ਵਾ ਜਿਵੇਂ ਇੱਕ ਨਦੀ ਦੇ ਵਿੱਚ ਪਾਣੀ, ਔਰ ਨਦੀ ਦਾ ਪਾਣੀ ਜੇਕਰ ਤੇ ਤੁਹਾਡੇ ਗਲ-ਗਲ ਤੱਕ ਰਹੇ ਤਾਂ ਠੀਕ ਹੈ, ਤੁਸੀਂ ਜਿਉਂਦੇ ਰਹਿ ਸਕਦੇ ਹੋ। ਪਰ ਜੇਕਰ ਇਹ ਪਾਣੀ ਤੁਹਾਡੇ ਸਿਰ ਤੋਂ ਥੋੜਾ ਵੀ ਉੱਪਰ ਹੋ ਗਿਆ ਤੇ ਸਮਝ ਲਓ ਹੁਣ ਤੁਹਾਡੀ ਮੌਤ ਤਿਆਰ ਹੈ। ਇਸ ਲਈ ਤੁਸੀਂ ਗਮੀਆਂ, ਪਰੇਸ਼ਾਨੀਆਂ, ਚਿੰਤਾਵਾਂ, ਸੁਸਤੀ, ਇਹਨਾਂ ਨੂੰ ਕਦੇ ਵੀ ਇੱਥੋਂ ਤੱਕ, ਮੈਂ ਤੇ ਕਹਿੰਦਾ ਇਹਨਾਂ ਨੂੰ ਗੋਡੇ ਗਿੱਟਿਆਂ ਤੋਂ ਉੱਪਰ ਨਾ ਆਉਣ ਦਿਓ। ਇਹਨਾਂ ਨੂੰ ਖਤਮ ਕਰਕੇ ਹੀ ਅੱਗੇ ਵੱਧ ਸਕਦੇ ਹੋ। ਔਰ ਤੁਹਾਨੂੰ ਇਕੱਲਿਆਂ ਨੂੰ ਹੀ ਮੁਸ਼ਕਲਾਂ ਨਹੀਂ ਆਈਆਂ, ਹਰ ਇੱਕ ਬੰਦੇ ਨੂੰ ਮੁਸ਼ਕਲਾਂ ਆਉਂਦੀਆਂ ਨੇ। ਸ਼ੁਕਰਾਤ ਦਾ ਪਿਤਾ ਸ਼ੰਗਤਰਾਸ ਸੀ, ਸ਼ੁਕਰਾਤ ਦਾ ਸਰੀਰ ਵੀ ਬੜਾ ਕਰੂਪ ਸੀ, ਪਰ ਕਿਆ ਬਾਤ, ਦੁਨੀਆ ਦਾ ਮਹਾਨ ਦਾਰਸ਼ਨਿਕ ਬਣ ਗਿਆ ਸ਼ੁਕਰਾਤ। ਜੇ ਸ਼ੁਕਰਾਤ ਇੰਨਾ ਅੱਗੇ ਲੰਘ ਸਕਦਾ, ਤੁਸੀਂ ਕਿਉਂ ਨਹੀਂ? ਜੋ ਦੁਨੀਆ ਦਾ ਮਹਾਨ ਜਰਨੈਲ ਹੋਇਆ ਨੈਪੋਲੀਅਨ, ਨੈਪੋਲੀਅਨ ਇੱਕ ਗਰੀਬ ਤੇ ਨਿਰਧਨ ਪਰਿਵਾਰ ਦੇ ਵਿੱਚ ਪੈਦਾ ਹੋਇਆ। ਉਹ ਗਰੀਬ ਤੇ ਨਿਰਧਨ ਪਰਿਵਾਰ ਦੇ ਵਿੱਚ ਕੱਦ ਵੀ ਛੋਟਾ ਸੀ, ਉਹਦਾ ਕੱਦ ਵੀ ਕੋਈ ਬਹੁਤ ਵੱਡਾ ਨਹੀਂ ਸੀ, ਪਰ ਉਹ ਜੇਕਰ ਅੱਗੇ ਲੰਘ ਗਿਆ, ਤੁਸੀਂ ਵੀ ਅੱਗੇ ਜਾ ਸਕਦੇ ਹੋ। ਤੇ ਜੇਕਰ ਮੈਂ ਕੱਦ ਦੀ ਗੱਲ ਕਰਾਂ ਤੇ ਮੈਂ ਦੋ ਨਾਮ ਹੋਰ ਲੈਣੇ ਚਾਹਾਂਗਾ ਇੱਥੇ। ਇੱਕ ਨਾਮ ਮੈਂ ਲੈਣਾ ਚਾਹਾਂਗਾ ਦੁਨੀ ਚੰਦ ਦਾ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਨੰਦਪੁਰ ਸਾਹਿਬ ਰਹਿੰਦਾ ਸੀ। ਜਦੋਂ ਪਹਾੜੀ ਰਾਜਿਆਂ ਨੇ ਮਤਾ ਪਕਾਇਆ ਸੀ ਕਿ ਹਾਥੀ ਭੇਜਣਾ ਹੈ ਜਿਹੜਾ ਕਿਲੇ ਦਾ ਦਰਵਾਜ਼ਾ ਤੋੜੇਗਾ ਔਰ ਫਿਰ ਅਸੀਂ ਮਗਰੋਂ ਜਾ ਕੇ ਕਿਲੇ 'ਤੇ ਹਮਲਾ ਕਰ ਦੇਵਾਂਗੇ, ਤੇ ਗੁਰੂ ਗੋਬਿੰਦ ਸਿੰਘ ਜੀ ਇਹ ਸੁਣ ਕੇ ਨਿਰਾਸ਼ ਨਹੀਂ ਹੋਏ ਸੀ, ਉਦਾਸ ਨਹੀਂ ਹੋਏ ਸੀ, ਸਗੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਜ਼ਾਕ ਦੇ ਵਿੱਚ ਕਿਹਾ ਸੀ, ਕੋਈ ਨਹੀਂ, ਆਉਣ ਦਿਓ ਉਹਨਾਂ ਦੇ ਹਾਥੀ ਨੂੰ, ਸਾਡਾ ਵੀ ਆ ਗੁਰੂ ਕਾ ਹਾਥੀ ਵੀ ਹੈ, ਇਹ ਮੁਕਾਬਲਾ ਕਰੇਗਾ। ਪਰ ਇਹ ਸੁਣਦਿਆਂ ਹੀ ਦੁਨੀ ਚੰਦ ਦੀਨਹੀਨ ਹੋ ਗਿਆ, ਨਿਰਾਸ਼ ਹੋ ਗਿਆ। ਉਹਨੇ ਸੋਚਿਆ ਕਿ ਮੈਂ ਇੰਨੇ ਵੱਡੇ ਹਾਥੀ ਦਾ ਮੁਕਾਬਲਾ ਕਿਵੇਂ ਕਰ ਸਕਦਾ, ਮੈਥੋਂ ਨਹੀਂ ਹੋਣਾ, ਮੈਂ ਨਹੀਂ ਕਰ ਸਕਦਾ। ਜਿਉਂ ਹੀ ਉਹਦੇ ਅੰਦਰ ਇਹ ਸਵਾਲ ਪੈਦਾ ਹੋਇਆ, ਮੈਂ ਨਹੀਂ ਕਰ ਸਕਦਾ, ਤੇ ਉਸੇ ਵੇਲੇ ਕੀ ਹੈ ਕਿ ਉਹਨੇ ਰਾਤ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਕੰਧ ਤੋਂ ਗਿਰ ਕੇ, ਭਾਰਾ ਸਰੀਰ ਸੀ, ਲੱਤ ਟੁੱਟੀ ਤੇ ਫਿਰ ਮਰਿਆ। ਪਰੰਤੂ ਦੂਸਰੇ ਪਾਸੇ ਭਾਈ ਬਚਿੱਤਰ ਸਿੰਘ ਜੀ, ਸਰੀਰ ਛੋਟਾ ਸੀ, ਪਰ ਉਹਨਾਂ ਨੂੰ ਜਦ ਗੁਰੂ ਜੀ ਨੇ ਕਿਹਾ ਉਸ ਮੁਗਲਾਂ ਦੇ ਹਾਥੀ ਦੇ ਨਾਲ ਗੁਰੂ ਦਾ ਸ਼ੇਰ ਲੜੇਗਾ ਬਚਿੱਤਰ ਸਿੰਘ, ਬਚਿੱਤਰ ਸਿੰਘ ਨੇ ਨਾਗਣੀ ਲਈ ਲੜਿਆ, ਹਾਥੀ ਤੇ ਜਿੱਤ ਪ੍ਰਾਪਤ ਕੀਤੀ। ਦੱਸ ਦਿੱਤਾ ਕਿ ਅਸੀਂ ਦੀਨਹੀਣ ਨਹੀਂ ਰਹਿਣਾ, ਦੀਨਹੀਨ ਰਹਿਣ ਵਾਲਾ ਦੁਨੀਆ 'ਚ ਕਦੇ ਅੱਗੇ ਨਹੀਂ ਵੱਧ ਸਕਦਾ। ਜੋ ਡਰ ਗਿਆ ਸੋ ਮਰ ਗਿਆ, ਡਰ ਕੇ ਅੱਗੇ ਹੀ ਜੀਤ ਹੈ। ਇਸ ਲਈ ਦੀਨਹੀਨ ਰਹਿਣਾ ਦੋਸਤੋ ਸਾਨੂੰ ਛੱਡਣਾ ਪਵੇਗਾ। ਔਰ ਮੈਂ ਇਹ ਵੀ ਕਹਿ ਦੇਵਾਂ ਕਿ ਜੋ ਹੈਲੇਨ ਬਾਕਰ ਦਾ ਜਨਮ ਵੀ ਗਰੀਬ ਪਰਿਵਾਰ 'ਚ ਹੀ ਹੋਇਆ ਸੀ, ਤੇ ਜੋ ਜਾਰਜ ਵਾਸ਼ਿੰਗਟਨ ਸਨ ਉਹ ਤਾਂ ਇੱਕ ਗਰੀਬ ਕਿਸਾਨ ਦੇ ਪੁੱਤਰ ਸੀ, ਪਰ ਕਿੱਥੇ ਪਹੁੰਚ ਗਏ। ਚਾਰਲੀ ਸੀ ਜਿਹੜਾ, ਉਹ ਇੰਨਾ ਗਰੀਬ ਸੀਗਾ
ਕਿ ਉਹ ਇੱਕ ਵਕਤ ਦਾ ਭੋਜਨ ਹੈ ਜਿਹੜਾ ਉਹ ਕਰਦਾ ਸੀ, 2 ਵਕਤ ਦਾ ਭੋਜਨ ਵੀ ਉਹਨਾਂ ਦੇ ਕੋਲ ਨਹੀਂ ਸੀ। ਅਬਰਾਹਮ ਲਿੰਕਨ, ਜਿਸ ਨੂੰ ਦੁਨੀਆ ਜਾਣਦੀ ਹੈ, ਜਿਸ ਨੂੰ ਪਤਾ ਨਹੀਂ ਕਿੰਨੀ ਕੁ ਵਾਰ ਵਕਤ ਨੇ ਫਲੋਪ ਕਰਨਾ ਚਾਹਿਆ, ਕਿਤਨੀ ਵਾਰ ਹਾਰਿਆ, ਹਾਰਾਂ ਤੇ ਹਾਰਾਂ ਆਉਂਦੀਆਂ ਰਹੀਆਂ, ਪਰ ਉਹਨੇ ਕਿਸੇ ਵੀ ਹਾਰ ਨੂੰ ਇਸ ਤਰ੍ਹਾਂ ਨਹੀਂ ਲਿਆ ਕਿ ਹਾਰ ਉਹਦੀ ਆਤਮ ਹੱਤਿਆ ਦਾ ਕਾਰਨ ਬਣ ਜਾਏ, ਹਾਰ ਉਹਨੂੰ ਡਿਪਰੈਸ਼ਨ ਜਾਂ ਸਟ੍ਰੈਸ 'ਚ ਲੈ ਜਾਏ। ਹਰ ਹਾਰ ਨੇ ਉਹਦੇ ਨਾਲ ਉਹੀ ਕੁਝ ਕੀਤਾ ਜੋ ਇੱਕ ਫੁੱਟਬਾਲ, ਇੱਕ ਵਾਲੀਬਾਲ ਦੇ ਨਾਲ ਉੱਪਰੋਂ ਲੱਗਣ ਵਾਲੀ ਤਾਕਤ ਕਰਦੀ ਹੈ। ਜਦੋਂ ਤੁਸੀਂ ਇੱਕ ਫੁੱਟਬਾਲ ਜਾਂ ਵਾਲੀਬਾਲ ਨੂੰ ਇਸ ਤਰ੍ਹਾਂ ਹੇਠਾਂ ਜ਼ਮੀਨ 'ਤੇ ਮਾਰਦੇ ਹੋ, ਜਿੰਨੀ ਤੁਸੀਂ ਜ਼ੋਰ ਦੇ ਨਾਲ ਹੇਠਾਂ ਮਾਰਦੇ ਹੋ, ਉਹ ਉਸ ਤੋਂ ਡਬਲ ਜ਼ੋਰ ਦੇ ਨਾਲ ਉੱਪਰ ਨੂੰ ਉੱਠਦਾ ਹੈ। ਇਸੇ ਤਰ੍ਹਾਂ ਦਾ ਹੀ ਸੋਚ, ਇਸੇ ਤਰ੍ਹਾਂ ਦਾ ਹੀ ਵਿਚਾਰ ਸਾਡੇ ਵਿੱਚ ਚਾਹੀਦਾ ਹੈ। ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਜਾ ਸਕਦੇ ਹਾਂ। ਇਹ ਜ਼ਿੰਦਗੀ ਸਾਡੀ ਹੈ ਔਰ ਇਸ ਜ਼ਿੰਦਗੀ 'ਚ ਅੱਗੇ ਵਧਣਾ ਹੈ। ਔਰ ਖਾਸ ਕਰਕੇ ਪੰਜਾਬੀ ਇਹ ਤਾਂ ਸ਼ੁਰੂ ਤੋਂ ਹੀ ਅੱਗੇ ਵਧਣ ਦੇ ਤਰੀਕੇ ਜਾਣਦੇ ਰਹੇ। ਪੰਜਾਬੀਆਂ ਨੇ ਤੇ ਸ਼ੁਰੂ ਤੋਂ ਹੀ ਮੁਸ਼ਕਲਾਂ, ਮੁਸੀਬਤਾਂ ਤੇ ਪਰੇਸ਼ਾਨੀਆਂ ਨੂੰ ਹੱਸ-ਹੱਸ ਕੇ ਝੱਲਿਆ ਹੈ ਔਰ ਸਦਾ ਉਹਦੇ ਵਿੱਚੋਂ ਵਿਜੇਤਾ ਬਣ ਕੇ ਨਿਕਲਿਆ। ਪਰ ਅੱਜ ਅਫਸੋਸ ਹੈ ਕਿ ਸਾਡੇ ਪੰਜਾਬੀ ਹੈ ਜਿਹੜੇ ਉਹ ਨਸ਼ਿਆਂ ਦੇ ਵਿੱਚ, ਉਹ ਹੋਰ ਕਈ ਤਰ੍ਹਾਂ ਦੀਆਂ ਬੁਰਾਈਆਂ ਦੇ ਵਿੱਚ ਹਾਰ ਰਹੇ ਆ। ਇਹਨਾਂ ਸਭ 'ਚੋਂ ਆਪਾਂ ਜਿੱਤ ਸਕਦੇ ਹਾਂ ਔਰ ਮੈਂ ਤੁਹਾਨੂੰ ਬਣਾਉਣਾ ਚਾਹੁੰਦਾ ਹਾਂ ਸੁਪਰ ਵਿਜੇਤਾ। ਤੇ ਜੇਕਰ ਤੁਸੀਂ ਬਣਨਾ ਚਾਹੁੰਦੇ ਹੋ ਸੁਪਰ ਵਿਜੇਤਾ, ਬਸ ਜੁੜੇ ਰਹੋ ਇਸ ਸ਼ੋਅ ਦੇ ਨਾਲ, ਵੇਖਦੇ ਰਹੋ ਗੁਰਵੇਲ ਸਿੰਘ ਮੋਟੀਵੇਸ਼ਨਲ ਸ਼ੋਅ। ਤੇ ਇਹਦੇ ਵਿੱਚ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਨੌਲੇਜਫੁੱਲ, ਗਿਆਨ ਵਾਲੀਆਂ ਵੀਡੀਓਜ਼ ਲੈ ਕੇ ਹਾਜ਼ਰ ਹੁੰਦਾ ਰਹਾਂਗਾ। ਤੁਸੀਂ ਇਸ ਸ਼ੋਅ ਦੇ ਬਾਰੇ 'ਚ ਹੋਰ ਵੀ ਦੋਸਤਾਂ ਮਿੱਤਰਾਂ ਨੂੰ ਦੱਸੋ, ਪ੍ਰੇਰਨਾ ਦਿਓ, ਇਸ ਸ਼ੋਅ ਦੇ ਨਾਲ ਜੋੜੋ, ਆਪ ਵੀ ਦੇਖੋ, ਹੋਰਾਂ ਨੂੰ ਵੀ ਦਿਖਾ ਲਓ। ਸਾਡੇ ਇਸ ਚੈਨਲ 'ਤੇ ਜੇਕਰ ਪਹਿਲੀ ਵਾਰ ਆਏ ਹੋ, ਚੈਨਲ ਨੂੰ YouTube 'ਤੇ ਸਬਸਕ੍ਰਾਈਬ ਵੀ ਕਰ ਲਵੋ, ਨਾਲ ਬੈਲ ਆਈਕਨ ਦਾ ਬਟਨ ਵੀ ਦਬਾ ਦੇਵੋ। ਤੇ ਜੇਕਰ ਤੁਸੀਂ ਇਸ ਨੂੰ ਦੇਖ ਰਹੇ ਹੋ ਫੇਸਬੁੱਕ 'ਤੇ, ਤਾਂ ਫੇਸਬੁੱਕ 'ਤੇ ਵੀ ਸਾਡੇ ਪੇਜ ਨੂੰ ਲਾਈਕ ਕਰ ਦੇਵੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਕਮੈਂਟ ਕਰਕੇ ਤੁਸੀਂ ਇਹ ਵੀ ਦੱਸੋ ਕਿ ਹੋਰ ਨਵਾਂ ਸ਼ੋਅ ਕਿਸ ਟੌਪਿਕਸ 'ਤੇ ਚਾਹੁੰਦੇ ਹੋ ਔਰ ਹਰ ਨਵੇਂ ਟੌਪਿਕ 'ਤੇ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਰੂਬਰੂ ਹੁੰਦਾ ਰਹਾਂਗਾ। ਹੁਣ ਦਿਓ ਇਜਾਜ਼ਤ ਆਪਣੇ ਡਿਵਾਈਨ ਤੇ ਦਿਲਦਾਰ ਹਮਸਫਰ ਲਾਈਫ ਕੋਚ ਗੁਰਵੇਲ ਸਿੰਘ ਨੂੰ। ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ